ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਅਤੇ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤੇ ਚੋਣਾਂ ਨੂੰ ਦੇ ਮੱਦੇਨਜ਼ਰ ਜਿਹੜਾ ਹੈ ਕਿ ਸਾਰੀ ਸਿਆਸੀ ਪਾਰਟੀਆਂ ਵੱਲੋਂ ਜੋੜ ਤੋੜ ਸ਼ੁਰੂ ਕਰ ਦਿੱਤੀ ਹੈ। ਕਿਸੇ ਵੱਲੋਂ ਦੂਜੀ ਪਾਰਟੀ ਦੇ ਆਗੂਆਂ ਨੂੰ ਜੁਆਇਨ ਕਰਾਇਆ ਜਾ ਰਿਹਾ ਤਾਂ ਹੋਰ ਵੀ ਜਿਹੜਾ ਕਈ ਤਰ੍ਹਾਂ ਦੀ ਜੋੜ ਤੋੜ ਸਾਹਮਣੇ ਆ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗਠਜੋੜ ਕੀਤਾ ਜਾਂਦਾ ਤੇ 2022 ਦੀਆਂ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਜਾਂਦਾ ਹੈ। ਅਸੀਂ ਜਾਣਨਾ ਚਾਹਾਂਗੇ ਦੋਵੇਂ ਸਿਆਸੀ ਪਾਰਟੀਆਂ ਦਾ ਪਿਛੋਕੜ ਕਿਸ ਤਰ੍ਹਾਂ ਦਾ ਰਿਹਾ ਤੇ ਇਸ ਗਠਜੋੜ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ। ਇਸ ਵੇਲੇ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਬੜੀ ਗੁੰਝਲਦਾਰ ਬਣੀ ਹੋਈ ਹੈ ਜੀ। ਤੁਸੀਂ ਦੇਖੋ ਵੀ ਤਰਾਸਦੀ ਦੇਖੋ ਵੀ ਜਿਹੜੀ ਬਿਲਕੁਲ ਕੋਈ ਨਕਾਰਿਆ ਹੋਇਆ ਲੀਡਰ ਜਾਂ ਨਕਾਰੀ ਹੋਈ ਪਾਰਟੀ ਵੀ ਆਪਦੇ ਆਪ ਨੂੰ ਜਿਵੇਂ ਕਹਿੰਦੇ ਉਹ ਅੰਨ੍ਹਿਆਂ ਚੁਕਾਣਾ ਰਾਜਾ ਵਾਂਗੂ ਸਮਝਦੀ ਹੈ। ਇਹ ਪੰਜਾਬ ਦੀ ਤਰਾਸਦੀ ਕਹੂੰਗਾ, ਇਹ ਪੰਜਾਬ ਦੇ 3 ਕਰੋੜ ਲੋਕਾਂ ਦੀ ਬਦਕਿਸਮਤੀ ਕਹੂੰਗਾ ਵੀ ਜਿੱਥੋਂ ਦਾ ਮੁੱਖ ਮੰਤਰੀ ਆਪਦੇ ਫਾਰਮ ਹਾਊਸ ਤੋਂ ਸਰਕਾਰ ਚਲਾ ਕੇ ਇਹ ਸੁਪਨੇ ਲੈ ਰਿਹਾ ਵੀ ਮੈਂ ਅਗਲੀ ਵਾਰ ਵੀ ਸਰਕਾਰ ਬਣਾ ਜਾਊਂਗਾ ਜੀ। ਇਹਦਾ ਮਤਲਬ ਜਾਂ ਤਾਂ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਰਹੇ ਤੇ ਜਾਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਜੋ ਮੈਂ ਕਰਦਾ ਹੈ ਉਹ ਪ੍ਰਵਾਨ ਹੈ ਜੀ। ਇਸੇ ਤਰ੍ਹਾਂ ਇਸੇ ਦਾਅ ਪੇਚ ਦੇ ਵਿੱਚ ਉਤਰਾਅ ਚੜਾਅ ਦੇ ਵਿੱਚ ਹਾਲਾਤ ਇਹ ਸੀ ਵੀ ਅਕਾਲੀ ਦਲ ਜਿਹੜਾ ਕਿ ਪਿਛਲੇ 10 ਸਾਲ ਲਗਾਤਾਰ ਸੱਤਾ ਦੇ ਵਿੱਚ ਰਿਹਾ ਜੀ। ਤੇ ਇਸ ਪਾਰਟੀ ਨੂੰ ਪੰਜਾਬ ਤੇ ਰਾਜ ਕਰਨ ਦਾ ਸਭ ਤੋਂ ਵੱਧ ਟਾਈਮ ਮਿਲਿਆ 1966 ਤੋਂ ਬਾਅਦ। ਜੀ। ਤਾਂ ਜਿਹੜਾ ਇਹ ਦੌਰ ਸੀ ਇਹ ਸਭ ਤੋਂ ਭਿਆਨਕ ਦੌਰ ਇਸ ਕਰਕੇ ਸੀ ਵੀ ਇਹ ਪੰਜਾਬ ਦੀ ਮੇਨ ਵਿਰੋਧੀ ਧਿਰ 'ਚ ਆਉਣ ਜੋਗੇ ਵੀ ਨਹੀਂ ਸੀ ਰਹੇ ਤੇ 15 ਸੀਟਾਂ ਤੇ ਸਿਮਟ ਕੇ ਰਹਿ ਗਏ ਸੀ। ਜੀ। ਉਸ ਤੋਂ ਬਾਅਦ ਲਗਾਤਾਰ ਲੜਖੜਾਏ ਹੋਏ ਦਿਖਾਈ ਦੇ ਰਹੇ ਨੇ ਅਕਾਲੀ। ਜੀ। ਪਰ ਬਿਨਾਂ ਸ਼ੱਕ ਪੰਜਾਬ ਦੀ ਪ੍ਰੈਜੈਂਟ ਜਿਹੜੀ ਸਿਚੁਏਸ਼ਨ ਹੈ ਰਾਜਨੀਤਿਕ, ਜਦੋਂ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਇੱਕ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਉਸ ਵੇਲੇ ਪਾਰਟੀ ਸ਼ਾਮਲ ਕਰਾਉਂਦੇ ਨੇ ਜਦੋਂ ਪਾਰਟੀ ਦਾ ਇੱਕ ਵੱਡਾ ਧੜਾ ਉਹਨਾਂ ਦੇ ਖਿਲਾਫ ਬਗਾਵਤ ਲਈ ਤਿਆਰ ਖੜਾ ਹੈ ਤੇ ਸੈਂਟਰ ਵੱਲੋਂ ਜਿਹੜਾ ਇੱਕ ਹੈਲਪ ਡੈਸਕ ਬਣਾਇਆ ਗਿਆ ਸੀ, ਮੈਂ ਕਹੂੰਗਾ ਸ਼ਿਕਾਇਤਾਂ ਸੁਣਨ ਲਈ 3 ਮੈਂਬਰਾਂ ਦਾ, ਉੱਥੇ ਆਪਦੀਆਂ ਸ਼ਿਕਾਇਤਾਂ ਗਿਲੇ ਸ਼ਿਕਵੇ ਦੱਸ ਰਹੇ ਸੀ। ਉਸ ਹੈਲਪ ਡੈਸਕ ਦੀ ਕਮੇਟੀ ਨੇ ਜਿਹੜੀ ਉਹ ਅੱਗੇ ਮਿਸਿਸ ਗਾਂਧੀ ਨੂੰ ਜਿਹੜੀ ਆ ਉਹ ਰਿਪੋਰਟ ਦੇ ਦਿੱਤੀ ਗਈ ਹੈ। ਉਹਦਾ ਕੀ ਹੁੰਦਾ ਕੀ ਨਹੀਂ ਹੁੰਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਜੀ। ਆਪਾਂ ਗੱਲ ਕਰਦੇ ਸੀ ਉਤਰਾਅ ਚੜਾਅ ਦੀ। ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ 2 ਸਾਥੀਆਂ ਨੂੰ ਜੁਆਇਨ ਕਰਕੇ ਇੱਕ ਉਹ ਮਾਰਕਾ ਮਾਰਨ ਦੀ ਕੋਸ਼ਿਸ਼ ਕੀਤੀ। ਜੀ। ਇਹ ਜਿਹੜਾ ਦੌਰ ਹੈ ਇਸ ਵੇਲੇ ਜਿਹੜਾ ਪੰਜਾਬ ਲੰਘ ਰਿਹਾ ਹੈ ਇਹ ਬਹੁਤ ਰਾਜਨੀਤਿਕ ਤੌਰ ਤੇ ਬਹੁਤ ਕਰੂਸ਼ੀਅਲ ਤੇ ਰਾਜਨੀਤਿਕ ਪਾਰਟੀਆਂ ਲਈ ਬਹੁਤ ਲਾਹੇਵੰਦ ਦੌਰ ਹੈ। ਜਦੋਂ ਦਲ ਬਦਲੀ, ਗੱਠਜੋੜ, ਇਹ ਪ੍ਰਵਾਨ ਵੀ ਚੜ੍ਹਨੇ ਹੈ, ਇਹਦੇ ਨਫਾ ਨੁਕਸਾਨ ਵੀ ਹੋਣੇ ਹੈ, ਇਹ ਸਾਰਾ ਕੁਝ ਗਿਣਤੀਆਂ ਮਿਣਤੀਆਂ ਹੋਣੀਆਂ ਨੇ। ਪਰ ਐਨ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗੱਠਜੋੜ ਹੈ ਇਹ ਇੱਕ ਤਾਂ ਇਹ ਹੈ ਵੀ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਹੋ ਗਿਆ ਗੱਠਜੋੜ, ਇਸ ਲਈ ਮੁੱਢਲੇ ਤੌਰ ਤੇ ਇਹ ਲੱਗਦਾ ਹੈ ਵੀ ਇਹਦੇ ਰਾਜਨੀਤਿਕ ਪ੍ਰਭਾਵ ਜ਼ਿਆਦਾ ਪੈਣਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਅਲਾਇੰਸ ਟੁੱਟ ਗਿਆ ਸੀ ਸਤੰਬਰ 2020 'ਚ, ਉਦੋਂ ਤੋਂ ਬਹੁਤ ਵੱਡੀ ਸੱਟ ਵੱਜੀ ਸੀ। ਉਹਨਾਂ ਕੋਲ ਇੱਕ ਐਸਾ ਭਾਈਵਾਲ ਹੈ ਨਹੀਂ ਸੀ ਜਿਹੜਾ ਥੋੜ੍ਹੀ ਬਹੁਤੀ ਆਕਸੀਜਨ ਦੇ ਕੇ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਮੈਦਾਨ 'ਚ ਲੈ ਆਵੇ। ਇੱਕ ਆਕਸੀਜਨ ਜਿਹੜੀ ਹੈ ਬਹੁਤ ਵੱਡੀ ਮੈਂ ਸਮਝੂੰਗਾ ਵੀ ਅਕਾਲੀ ਦਲ ਨੂੰ ਮਿਲ ਜੂ। ਉਹਦਾ ਕਾਰਨ ਇਹ ਨਹੀਂ ਵੀ ਕਿ ਬਹੁਜਨ ਸਮਾਜ ਪਾਰਟੀ ਦਾ ਬਹੁਤ ਵੱਡਾ ਆਧਾਰ ਹੈ, ਪਰ ਇਹ ਹੈ ਵੀ ਇੱਕ ਅਲਾਈ ਐਸਾ ਮਿਲ ਗਿਆ ਜਿਹਦੀ ਹਰ ਕੌਂਸਟੀਟਿਊਂਸੀ ਦੇ ਵਿੱਚ ਮਾੜੀ ਮੋਟੀ ਵੋਟ ਹੈਗੀ ਹੈ। ਦੁਆਬੇ ਦੇ ਵਿੱਚ ਤਾਂ ਕਈ ਹਲਕੇ ਐਸੇ ਨੇ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਦੂਜੀ ਨੰਬਰ ਦੀ ਪੋਜੀਸ਼ਨ ਵੀ ਹਾਸਲ ਕਰ ਜਾਂਦੇ ਨੇ। ਖਾਸ ਕਰਕੇ ਫਲੌਰ ਹੋਇਆ, ਨਵਾਂ ਸ਼ਹਿਰ ਹੋਇਆ, ਬੰਗਾ ਹੋਇਆ, ਜਲੰਧਰ ਹਲਕੇ ਦੇ 1-2 ਹੋਰ ਕੌਂਸਟੀਟਿਊਂਸੀਜ਼ ਹੈਗੀਆਂ, ਉੱਥੇ ਚੰਗਾ ਵੋਟ ਬੈਂਕ ਜਿਹੜਾ ਹੈ ਇਸ ਪਾਰਟੀ ਦਾ ਮੰਨਿਆ ਜਾਂਦਾ ਹੈਗਾ। ਇਹਨਾਂ ਪਾਰਟੀਆਂ ਦਾ ਅਲਾਇੰਸ ਜਿਹੜਾ ਸਭ ਤੋਂ ਪਹਿਲਾਂ 1996 ਵਿੱਚ ਹੋਇਆ ਸੀ। 13 ਦੀਆਂ 13 ਸੀਟਾਂ 'ਤੇ ਇਹਨਾਂ ਨੇ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਸੀ। ਇਸ ਪਾਰਟੀ ਦੇ ਸੰਸਥਾਪਕ ਕਾਸ਼ੀ ਰਾਮ ਖੁਦ ਹੁਸ਼ਿਆਰਪੁਰ ਤੋਂ ਚੋਣ ਲੜੇ ਸੀ ਤੇ ਚੋਣ ਜਿੱਤ ਗਏ ਸੀ। ਇਸ ਲਈ ਇੱਕ ਤਾਂ ਇਹ ਹੈ ਵੀ ਇਹਨਾਂ ਪਾਰਟੀਆਂ ਦਾ ਜਿਹੜਾ ਅਲਾਇੰਸ ਹੈ ਉਹ ਟੈਸਟਡ ਹੈ, ਪਹਿਲਾਂ ਹੋ ਚੁੱਕਿਆ ਹੈ। ਹਾਲਾਂਕਿ ਬਹੁਜਨ ਸਮਾਜ ਪਾਰਟੀ ਤੇ ਰਾਜਨੀਤਿਕ ਪਾਰਟੀਆਂ ਬਹੁਤ ਘੱਟ ਯਕੀਨ ਕਰਦੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਅਲਾਇੰਸ ਕਰ ਲੈਣਾ, ਫਿਰ ਅਲਾਇੰਸ ਤੋੜ ਦੇਣਾ, ਫਿਰ ਚੋਣਾਂ ਹਾਰਨ ਤੋਂ ਬਾਅਦ ਇੱਕ ਦੂਜੇ 'ਤੇ
ਕਿਸ ਤਰ੍ਹਾਂ ਦੀ ਜਿਹੜੀ ਚਿੱਕੜ ਉਛਾਲਣਾ ਉਹ ਵੀ ਇਸ ਪਾਰਟੀ ਦੇ ਆਗੂਆਂ ਦਾ ਇੱਕ ਕਿਰਦਾਰ ਰਿਹਾ ਹੈਗਾ। ਚਲੋ ਉਹ ਇੱਕ ਵੱਖਰੀ ਗੱਲ ਹੈ, ਪਰ ਮੁੱਢਲੇ ਤੌਰ 'ਤੇ ਅਸੀਂ ਕਹਾਂਗੇ ਇਹਦੇ ਦੁਆਬਾ ਖੇਤਰ ਦੇ ਵਿੱਚ ਤਾਂ ਬਹੁਤ ਵੱਡੇ ਪ੍ਰਭਾਵ ਪੈਣਗੇ, ਜਿੱਥੇ ਅਕਾਲੀ ਦਲ ਨੂੰ ਇਹਦਾ ਬਹੁਤ ਜ਼ਿਆਦਾ ਲਾਭ ਹੋ ਸਕਦਾ ਹੈ, ਕਿਉਂਕਿ ਬਹੁਜਨ ਸਮਾਜ ਪਾਰਟੀ ਨੂੰ ਸੀਟਾਂ ਬਹੁਤੀਆਂ ਨਹੀਂ ਦਿੱਤੀਆਂ। ਭਾਰਤੀ ਜਨਤਾ ਪਾਰਟੀ ਜਿਹੜੀ ਕਿ 23 ਸੀਟਾਂ 'ਤੇ ਚੋਣਾਂ ਲੜਦੀ ਸੀ, ਸ਼ਹਿਰੀ ਹਲਕੇ ਉਹੀ ਜ਼ਿਆਦਾਤਰ ਦਿੱਤੇ ਗਏ ਨੇ, ਪਠਾਨਕੋਟ ਦੇ ਹੋਣ, ਚਾਹੇ ਹੁਸ਼ਿਆਰਪੁਰ ਦੇ ਹੋਣ, ਚਾਹੇ ਜਲੰਧਰ ਦੇ ਹੋਣ, ਚਾਹੇ ਅੰਮ੍ਰਿਤਸਰ ਦੇ ਹੋਣ, ਜਿੱਥੋਂ ਆਮ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਉਮੀਦਵਾਰ ਖੜੇ ਕਰਦੀ ਸੀ। ਦੂਜੇ ਵੀ ਹਲਕੇ ਉਹੋ ਜਿਹੇ ਨੇ ਜਿੱਥੇ ਅਕਾਲੀ ਦਲ ਦੇ ਜੇਤੂ ਰਹਿਣ ਦੇ ਸਕੋਪ ਘੱਟ ਸੀ। ਇੱਕ ਮਿਸਾਲ ਵਾਧੂ ਹੈ, ਮੋਹਾਲੀ ਤੋਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਜਿੱਤਿਆ ਹੀ ਨਹੀਂ, ਉਹ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਗਈ ਹੈ। ਇਸ ਤਰ੍ਹਾਂ ਗਿਣਤੀਆਂ ਮਿਣਤੀਆਂ 'ਚ ਅੱਜ ਦੀ ਡੇਟ 'ਚ ਇਹ ਲੱਗਦਾ ਹੈ ਵੀ ਅਕਾਲੀ ਦਲ ਦਾ ਹੱਥ ਉੱਤੇ ਹੈ, ਅਤੇ ਅਕਾਲੀ ਦਲ ਇਹ ਗੱਠਜੋੜ ਕਰਨ ਦੇ ਵਿੱਚ, ਇੱਕ ਲੋਕਾਂ ਨੂੰ ਸਾਈਕੋਲੋਜੀਕਲੀ ਪ੍ਰਭਾਵਿਤ ਕਰਨ ਦੇ ਵਿੱਚ, ਇੱਕ ਮਨੋਵਿਗਿਆਨਕ ਤੌਰ 'ਤੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਵੀ ਇੱਕ ਤਾਂ ਸਾਡੇ ਨਾਲ ਕੋਈ ਵੀ ਵੱਡੀ ਪਾਰਟੀ ਜਿਹੜੀ ਹੈ ਉਹ ਅਲਾਇੰਸ ਕਰਨ ਲਈ ਤਿਆਰ ਹੈ। ਜੇ ਅਸੀਂ 3 'ਚ ਹੈਗੇ ਹਾਂ ਤਾਂ ਹੀ ਅਲਾਇੰਸ ਕਰ ਰਹੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਕਰੈਕਟਰ ਰਿਹਾ ਹੈ ਉਹ ਛੋਟੀਆਂ ਪਾਰਟੀਆਂ ਨਾਲ ਤਾਂ ਅਲਾਇੰਸ ਕਰਦੀ ਰਹੀ ਹੈ। ਖਾਸ ਤੌਰ 'ਤੇ ਕਦੇ PPP ਨਾਲ ਹੋ ਗਿਆ, ਕਦੇ ਸ਼੍ਰੋਮਣੀ ਅਕਾਲੀ ਦਲ ਮਾਨ ਨਾਲ ਹੋ ਗਿਆ। ਜਿਹੜੀਆਂ ਪੰਜਾਬ ਦੀਆਂ 2 ਮੇਨ ਸਟਰੀਮ ਪਾਰਟੀਆਂ ਜਿਹੜੀਆਂ ਇਸ ਵੇਲੇ ਹੁਣ ਤੱਕ ਸੱਤਾ 'ਚ ਰਹੀਆਂ, ਉਹ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ। ਇਹਨਾਂ ਦੋਨਾਂ ਪਾਰਟੀਆਂ ਨਾਲ ਅਲਾਇੰਸ ਨਹੀਂ ਹੋਇਆ ਸੀ, ਬਲਕਿ ਇੱਕ ਵਾਰੀ ਅਕਾਲੀ ਦਲ ਨਾਲ ਹੀ ਹੋਇਆ ਸੀ। ਇਸ ਕਰਕੇ ਪੰਜਾਬ ਦੇ ਰਾਜਨੀਤਿਕ ਨਜ਼ਰੀਏ ਤੋਂ ਇਹ ਜਿਹੜਾ ਅਲਾਇੰਸ ਹੈ, ਇਹ ਜਿਹੜਾ ਸਿਆਸੀ ਗੱਠਜੋੜ ਹੈ, ਇਹ ਮਹੱਤਵਪੂਰਨ ਹੈ। ਇਹ ਮਹੱਤਵਪੂਰਨ ਇਸ ਕਰਕੇ ਵੀ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਦਲਿਤਾਂ ਨੂੰ ਜਿਹੜੀ ਹੈ ਉਹ ਰਿਪਰੈਜ਼ੈਂਟ ਕਰਦੀ ਹੈ, ਇੱਕ ਤਰ੍ਹਾਂ ਨਾਲ ਉਹਨਾਂ ਦੀ ਨੁਮਾਇੰਦਗੀ ਕਰਦੀ ਹੈ। ਜ਼ਿਆਦਾਤਰ ਜਿਹੜੇ ਉਹਨਾਂ ਨਾਲ ਜੁੜਿਆ ਹੋਇਆ ਹੈ ਉਹ ਦਲਿਤ ਸਮਾਜ ਦਾ ਹਿੱਸਾ ਉਸ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਲਈ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਲਚਰ ਹੈ ਜਿਹੜਾ ਸਿੱਖਾਂ ਦਾ ਅਤੇ ਦਲਿਤਾਂ ਦਾ ਇੱਕ ਤਰ੍ਹਾਂ ਨਾਲ ਭਾਈਚਾਰਾ ਸਾਂਝਾ ਹੈਗਾ। ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਦਲਿਤਾਂ ਦੇ ਅਤੇ ਜੱਟਾਂ ਦੇ, ਮਿਸਤਰੀਆਂ ਦੇ ਗੁਰਦੁਆਰੇ ਵੱਖੋ ਵੱਖਰੇ ਨੇ, ਦਲਿਤਾਂ ਦੇ ਅਤੇ ਜਨਰਲ ਜਾਤੀ ਦੀਆਂ ਸ਼ਮਸ਼ਾਨ ਘਾਟ ਵੱਖਰੇ ਨੇ। ਅਸੀਂ ਜਾਤੀ ਦੀਆਂ ਵਲਗਣਾਂ 'ਚੋਂ ਉਸ ਢੰਗ ਨਾਲ ਉਸ ਲੈਵਲ ਤੱਕ ਨਹੀਂ ਨਿਕਲ ਸਕੇ ਜਿਸ ਤਰ੍ਹਾਂ ਦਾ ਉਪਦੇਸ਼ ਸਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ, ਜਾਂ ਜਿਸ ਤਰ੍ਹਾਂ ਦਾ ਉਪਦੇਸ਼ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਦਾ ਹੈ, ਜਾਤ ਪਾਤ ਤੋੜਨ ਵਾਲਾ। ਉਸ ਤਰ੍ਹਾਂ ਦਾ ਸੰਦੇਸ਼ ਨਹੀਂ ਮਿਲਿਆ। ਪਰ ਫਿਰ ਵੀ ਮੈਂ ਇੱਕ ਗੱਲ ਇਹ ਕਹਿ ਸਕਦਾ ਹਾਂ ਵੀ ਦਲਿਤਾਂ ਦੀ ਓਨੀ ਮਾੜੀ ਹਾਲਤ ਸਾਡੇ ਨਹੀਂ ਹੈਗੀ ਜਿਸ ਤਰ੍ਹਾਂ ਦੇ ਮਾੜੀਆਂ ਰਿਪੋਰਟਾਂ ਅਸੀਂ ਉੱਤਰ ਪ੍ਰਦੇਸ਼, ਬਿਹਾਰ, ਈਵਨ ਕਿ ਹਰਿਆਣਾ ਜਾਂ ਹੋਰਾਂ ਸਟੇਟਾਂ ਦੇ ਵਿੱਚੋਂ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ ਮਿਲਦੀਆਂ ਨੇਗੀਆਂ। ਪੰਜਾਬ ਦੇ ਵਿੱਚ ਫਿਰ ਵੀ ਬੈਟਰ ਸਿਚੁਏਸ਼ਨ 'ਚ ਨੇ, ਬਿਹਤਰ ਸਿਚੁਏਸ਼ਨ 'ਚ ਨੇ ਹੋਰਾਂ ਸਟੇਟਾਂ ਦੇ ਮੁਕਾਬਲੇ। ਮੈਂ ਬਹੁਤਾ ਤਾਂ ਨਹੀਂ ਕਹੂੰਗਾ, ਪਰ ਮੁਕਾਬਲੇ ਉਹਦਾ ਇੱਕੋ ਇੱਕ ਕਾਰਨ ਹੈ ਗੁਰੂਆਂ ਦੀਆਂ ਸਿੱਖਿਆਵਾਂ ਦਾ ਪ੍ਰਭਾਵ। ਪਰ ਇਹ ਬਹੁਤ ਵਧੀਆ ਹੋਵੇ ਜੇ ਇਹ ਗੱਠਜੋੜ ਇੱਕ ਸਮਾਜਿਕ ਤਬਦੀਲੀ ਲਈ ਇਹ ਵੀ ਕਦਮ ਚੁੱਕੇ ਵੀ ਗੁਰਦੁਆਰਾ ਵੀ ਇੱਕ ਹੋਵੇ, ਸ਼ਮਸ਼ਾਨ ਘਾਟ ਵੀ ਇੱਕ ਹੋਵੇ, ਵਿਧਾਨ ਸਭਾ ਦੇ ਵਿੱਚ ਵੀ ਇਹ ਕਈ ਵਾਰੀ ਰੌਲਾ ਪਿਆ ਹੈ, ਤਾਂ ਇਹ ਇੱਕ ਬਹੁਤ ਵੱਡੀ ਸਮਾਜਿਕ ਤਬਦੀਲੀ ਹੋਊਗੀ ਅਤੇ ਦੋਨਾਂ ਪਾਰਟੀਆਂ ਨੂੰ ਰਾਜਨੀਤਿਕ ਤੌਰ 'ਤੇ ਲਾਭ ਵੀ ਹੋ ਸਕਦਾ ਹੈ। ਦਵਿੰਦਰ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿਆ ਹੋ ਸਕਦਾ ਵੀ ਕਿ ਗੁਰਦੁਆਰਾ ਸਾਹਿਬ ਹੋਣ ਚਾਹੇ ਸ਼ਮਸ਼ਾਨ ਘਾਟਾਂ ਹੋਣ, ਇਹ ਇੱਕ ਹੋ ਸਕਦੀਆਂ ਨੇ। ਪਹਿਲਾਂ ਤਾਂ ਅਸੀਂ ਇਹੀ ਪੁੱਛਣਾ ਚਾਹਾਂਗੇ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ 1996 'ਚ ਵੀ ਇਕੱਠੀ ਚੋਣਾਂ ਲੜ ਕੇ ਹਟੀ ਹੈ ਅਤੇ 13 ਚੋਂ 12 'ਤੇ ਜਿੱਤੀ ਵੀ ਸੀ ਉਸ ਟਾਈਮ, ਅਤੇ ਕੀ ਉਦੋਂ ਤੋਂ ਬਾਅਦ ਹੁਣ ਤੱਕ ਤਾਂ ਕੋਈ ਤਬਦੀਲੀ ਆਈ ਨਹੀਂ? ਹੁਣ ਤਬਦੀਲੀ ਦੇ ਤੁਹਾਨੂੰ ਕੋਈ ਆਸਾਰ ਦਿਖਾਈ ਦੇ ਰਹੇ ਨੇ? ਇਸ ਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ, ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਨੇ ਉਹ ਹੁਣ ਤੱਕ ਨਜ਼ਰ ਨਹੀਂ ਆਏ ਸੀ, ਪਰ ਅੱਜ ਜਦੋਂ ਦੋਵੇਂ ਪਾਰਟੀਆਂ ਨਾਲ ਗੱਠਜੋੜ ਹੁੰਦਾ ਤਾਂ ਉਹ ਨਜ਼ਰ ਆਉਂਦੇ ਨੇ, ਜਿਨ੍ਹਾਂ ਨੂੰ ਮਾਇਆਵਤੀ ਵਧਾਈ ਦਿੰਦੇ ਦਿਖਾਈ ਦੇ ਰਹੇ ਨੇ। ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਮੈਨੂੰ ਲੱਗਦਾ ਵੀ ਇਹ ਜਿਹੜਾ ਪਹਿਲਾਂ ਵਾਲਾ ਗੱਠਜੋੜ ਸੀ, ਉਦੋਂ ਕਿਉਂਕਿ ਬਹੁਜਨ ਸਮਾਜ ਪਾਰਟੀ ਬਹੁਤ ਹੀ ਵੱਡੇ ਉਭਾਰ ਵੱਲ ਸੀ। ਤੁਸੀਂ ਇਹ ਦੇਖੋ ਵੀ 1992 ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਸੀ। ਉਦੋਂ ਅਕਾਲੀ ਦਲ ਨੇ ਤਾਂ ਬਾਈਕਾਟ ਕੀਤਾ ਸੀ, ਕਾਂਗਰਸ ਦੀ ਸਰਕਾਰ ਬਣੀ ਸੀ ਮਰਹੂਮ ਬੇਅੰਤ ਸਿੰਘ ਦੀ ਅਗਵਾਈ ਦੇ ਵਿੱਚ, ਅਤੇ ਉਦੋਂ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਮੇਨ ਆਪੋਜੀਸ਼ਨ ਸੀ। ਉਸ ਤੋਂ ਬਾਅਦ 1996 ਦੀਆਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅਕਾਲੀ ਦਲ ਨਾਲ ਸਾਂਝੀਆਂ ਚੋਣਾਂ ਲੜੀਆਂ ਤਾਂ ਤਿੰਨੋਂ ਦੀਆਂ ਤਿੰਨੋਂ ਸੀਟਾਂ ਬਹੁਜਨ ਸਮਾਜ ਪਾਰਟੀ ਨੇ ਜਿੱਤ ਲਈਆਂ ਸੀ। ਉਹਨਾਂ 'ਚ ਸੀ ਫਿਰੋਜ਼ਪੁਰ, ਫਿਲੌਰ ਅਤੇ ਹੁਸ਼ਿਆਰਪੁਰ, ਉਹ ਤਿੰਨੋਂ ਸੀਟਾਂ ਜਿੱਤ ਲਈਆਂ ਸੀ। ਉਸ ਤੋਂ ਬਾਅਦ 1997 ਦੀ ਜਿਹੜੀ ਚੋਣ ਸੀ, ਉਦੋਂ ਬਹੁਜਨ ਸਮਾਜ ਪਾਰਟੀ ਦੇ 1 ਜਾਂ 2 MLA ਜਿੱਤੇ ਸੀ। ਮੈਨੂੰ ਇਹ ਯਾਦ ਹੈ ਬਲਾਚੌਰ ਤੋਂ ਸ਼ਿੰਗਾਰਾ ਸਿੰਘ ਸੁੰਗੜਾ ਸੀ ਜਾਂ ਇੱਕ ਦਾ ਹੋਰ ਸੀ। ਉਸ ਤੋਂ ਬਾਅਦ ਇਸ ਪਾਰਟੀ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਨਾ ਹੀ ਸੰਭਾਲਿਆ, ਨਾ ਉਭਾਰਿਆ।
ਬਲਕਿ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਵੀ ਹਰ ਚੋਣ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਸੌਦਾ ਹੁੰਦਾ ਹੈ ਜੀ ਤੇ ਉਹ ਸੌਦੇ 'ਚੋਂ ਫਾਇਦਾ ਕੌਣ ਲੈਂਦਾ ਹੈ ਇਹ ਤਾਂ ਹੁਣ ਉਹੀ ਜਾਣਦੇ ਨੇ। ਪਰ ਇਹ ਮੈਨੂੰ ਲੱਗਦਾ ਵੀ ਬੀਤੇ ਤੋਂ ਜੇ ਇਹਨਾਂ ਨੇ ਸਬਕ ਸਿੱਖਿਆ ਹੋਇਆ, ਹੁਣ ਸੌਦੇਬਾਜ਼ੀ 'ਚ ਨਹੀਂ ਪੈਣਗੇ ਤੇ ਜੇ ਸੱਤਾ ਦਾ ਆਨੰਦ ਲੈਣਾ ਹੈ ਤਾਂ ਗੰਭੀਰਤਾ ਨਾਲ ਚੋਣ ਲੜਨੀ ਪਊਗੀ ਤੇ ਗੰਭੀਰਤਾ ਨਾਲ ਅਲਾਇੰਸ ਨਿਭਾਉਣਾ ਪਊਗਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦਾ ਮੂਹਰੇ ਆਉਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਉਹ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਐਸਟੈਬਲਿਸ਼ ਕਰਨਾ ਚਾਹੁੰਦੇ ਨੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਲਾਂਭੇ ਹੋਣ ਤੋਂ ਬਾਅਦ ਹੀ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰ ਅਨੇਕਾਂ ਅਕਾਲੀ ਆਗੂਆਂ ਨੇ ਬਗਾਵਤ ਅਕਾਲੀ ਦਲ ਦੇ ਖਿਲਾਫ ਨਹੀਂ ਸੀ ਕੀਤੀ, ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਸੀ। ਇਸ ਲਈ ਉਸ ਵੇਲੇ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਬਣੀਆਂ ਹੋਈਆਂ ਸੀ ਵੀ ਕੀ ਉਹ ਆਪਣੇ ਬਲਬੂਤੇ ਤੇ, ਜਿਸ ਤਰ੍ਹਾਂ ਉਹਨਾਂ ਦਾ ਸਟਾਈਲ ਹੈ ਵੀ ਮੈਨੇਜਰੀਅਲ ਸਟਾਈਲ ਵੀ CEO ਵਾਂਗੂ ਜਿਵੇਂ ਕੰਪਨੀ ਚਲਾਉਂਦੇ ਉਦੋਂ ਪਾਰਟ, ਵੀ ਉਸ ਤਰ੍ਹਾਂ ਉਹ ਕਾਮਯਾਬ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ। ਇਹ ਮੈਨੂੰ ਲੱਗਦਾ ਇਹ ਪਹਿਲਾ ਟੈਸਟ ਸੀ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਪਾਸ ਕਰ ਲਿਆ। ਇੱਕ ਕੌਮੀ ਪੱਧਰ ਦੀ ਪਾਰਟੀ ਨਾਲ ਅਲਾਇੰਸ ਕਰਨ 'ਚ ਇਸ ਹੱਦ ਤੱਕ ਕਾਮਯਾਬ ਹੋ ਗਏ ਵੀ ਜਿਵੇਂ ਪਹਿਲਾਂ ਕੌਮੀ ਪੱਧਰ ਦੀ ਪਾਰਟੀ ਭਾਜਪਾ ਨੂੰ 23 ਸੀਟਾਂ ਦਿੱਤੀਆਂ ਜਾਂਦੀਆਂ ਸੀ, ਐਤਕੀ ਇੱਕ ਕੌਮੀ ਪੱਧਰ ਦੀ ਪਾਰਟੀ ਜਿਹਦਾ 5-7% ਵੋਟ ਸ਼ੇਅਰ ਜਿਹੜਾ ਸਟੇਟ ਦੇ ਵਿੱਚ ਹੈਗਾ ਉਹਨੂੰ 20 ਸੀਟਾਂ ਦੇ ਦਿੱਤੀਆਂ ਗਈਆਂ। ਜੀ ਦਵਿੰਦਰ ਜੀ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤੇ ਹਰ ਕੋਈ ਰਾਜਨੀਤਿਕ ਪਾਰਟੀ ਜਿਹੜੀ ਹੈਗੀ ਹੈ ਦਲਿਤ ਵਰਗ ਨੂੰ ਰੁਝਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ, ਉਸਨੇ ਤਾਂ ਐਲਾਨ ਕਰਤਾ ਵੀ ਕਿ ਸਾਡਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਦਲਿਤ ਹੋਏਗਾ। ਉੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਐਲਾਨ ਚੁੱਕਿਆ ਵੀ ਕਿ ਅਸੀਂ ਜਿਹੜਾ ਉਪ ਮੁੱਖ ਮੰਤਰੀ ਦਾ ਚਿਹਰਾ ਉਹ ਦਲਿਤ ਦੇਵਾਂਗੇ। ਇਸੇ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਜਿਹੜਾ ਹੈਗਾ ਦਲਿਤ ਵਰਗ ਨੂੰ ਰੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਹਨਾਂ ਦੇ ਹੱਕਾਂ ਦੀਆਂ ਜਿਹੜੀ ਹੈਗੇ ਗੱਲਾਂ ਕਰਦੀ ਆ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਸਿਆਸੀ ਜਿਹੜਾ ਅਸਰ ਦਿਖਾਈ ਦੇਵੇਗਾ? ਦੇਖੋ, ਮੈਨੂੰ ਨਹੀਂ ਲੱਗਦਾ ਵੀ ਉਹਦੇ ਨਾਲ ਕਿਸੇ ਕਮਿਊਨਿਟੀ 'ਚ ਜਾਂ ਕਿਸੇ ਵਰਗ ਦੇ ਵਿੱਚ ਸੁਧਾਰ ਆ ਜਾਂਦਾ ਹੈਗਾ। ਕਿਸੇ ਬ੍ਰਾਹਮਣ ਨੂੰ, ਬਾਣੀਏ ਨੂੰ, ਜੱਟ ਨੂੰ ਕਿਸੇ ਨੂੰ ਬਣਾ ਦਿਓ, ਉਹ ਇਹ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਆਪਦੇ ਸਾਰੇ ਵਰਗ ਦੇ ਬੰਦਿਆਂ ਨੂੰ ਉਹ ਤਾਂ ਚੁੱਕਦਾ ਹੈਗਾ। ਹਾਂ, ਇੱਕ ਪਰਿਵਾਰ ਦਾ ਇੱਕ ਪਾਰਟੀਕੂਲਰ ਬੰਦੇ ਨੂੰ ਫਾਇਦਾ ਹੋ ਜਾਊਗਾ, ਉਹ ਇੱਕ ਵੱਖਰੀ ਗੱਲ ਹੈ। ਜਿੱਥੋਂ ਤੱਕ ਤੁਸੀਂ ਸ਼ੁਰੂ ਕੀਤਾ, ਭਾਰਤੀ ਜਨਤਾ ਪਾਰਟੀ ਹਮੇਸ਼ਾ ਜਾਤੀਵਾਦ ਦਾ ਪੱਤਾ ਖੇਡਦੀ ਹੈ। ਹੋਰਾਂ ਸਟੇਟਾਂ ਦੇ ਵਿੱਚ ਵੀ ਅਸੀਂ ਦੇਖ ਲਈਏ, ਰਾਜਾਂ ਦੇ ਵਿੱਚ ਉਹ ਇਸ ਤਰ੍ਹਾਂ ਦੀ, ਪੰਜਾਬ ਦੇ ਵਿੱਚ ਵੀ ਉਹਨਾਂ ਦੀ ਲਲਕ ਤੇ ਹਵਸ ਜਿਹੜੀ ਹੈ ਸੱਤਾ ਪ੍ਰਾਪਤ ਕਰਨ ਦੀ ਉਹ ਦਿਖਾਈ ਦਿੰਦੀ ਹੈ। ਉਹਦੇ ਲਈ ਸਭ ਤੋਂ ਵੱਡੀ ਐਗਜ਼ਾਮਪਲ ਹੈ ਵੀ ਜਿਵੇਂ ਲੁਕਣ ਵਿੱਚੀ ਡੇਰਾ ਸਿਰਸਾ ਦੇ ਮੁਖੀ ਨਾਲ ਖੇਡੀ ਜਾ ਰਹੀ ਹੈ। ਕਦੇ ਜੇਲ੍ਹ 'ਚੋਂ ਬਾਹਰ ਕੱਢ ਲਿਆ, ਕਦੇ ਜੇਲ੍ਹ ਦੇ ਅੰਦਰ ਲਿਆਂਦਾ, ਕਦੇ ਹਸਪਤਾਲ ਲੈ ਗਏ, ਕਦੇ ਕਿਤੇ ਲੈ ਗਏ, ਕਦੇ ਹਨੀਪ੍ਰੀਤ ਨੂੰ ਕੋਲ ਛੱਡਤਾ, ਕਦੇ ਉਹਦੇ ਫੈਮਿਲੀ ਮੈਂਬਰ ਨੂੰ ਕੋਲ ਛੱਡਤਾ, ਕਦੇ ਹਨੀਪ੍ਰੀਤ ਨੂੰ ਇਜਾਜ਼ਤ ਨਹੀਂ ਦਿੱਤੀ। ਜਿਹੜਾ ਇਸ ਤਰ੍ਹਾਂ ਦੀ ਗੇਮ ਖੇਡੀ ਜਾ ਰਹੀ ਹੈ ਤੇ ਬਠਿੰਡਾ ਦੇ ਵਿੱਚ ਇੱਕ ਗ੍ਰੰਥੀ ਤੋਂ ਅਰਦਾਸ ਕਰਵਾਈ ਜਾਂਦੀ ਹੈ। ਅਰਦਾਸ ਦੇ ਪਿੱਛੇ ਵੀ ਪਤਾ ਲੱਗ ਗਿਆ ਕੌਣ ਕੌਣ ਸੀ, ਕੀ ਸੀ, ਗੇਮ ਸੀ। ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਨਾਮ ਵੀ ਆਉਂਦਾ ਉਸ ਅਰਦਾਸ ਦੇ ਵਿੱਚ। ਜਿਹੜੀ ਇਸ ਤਰ੍ਹਾਂ ਦੀ ਗੇਮ ਚੱਲ ਰਹੀ ਹੈ, ਮੈਨੂੰ ਇਹ ਭਾਜਪਾ ਦੀ ਲਲਕ ਤੇ ਹਵਸ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਤੇ ਜਿਹਦੇ 'ਚ ਮੈਨੂੰ ਨਹੀਂ ਲੱਗਦਾ ਉਹ ਕਾਮਯਾਬ ਹੋਊ। ਇਸੇ ਕਰਕੇ ਉਹ ਦਲਿਤ ਪੱਤਾ ਖੇਡ ਰਹੇ ਨੇ ਵੀ ਅਸੀਂ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ। ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰਤਾ ਵੀ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ। ਉਸੇ ਤਰ੍ਹਾਂ ਕਾਂਗਰਸ ਦੇ ਵਿੱਚ ਕਈ ਬੰਦੇ ਖੜੇ ਹੋ ਗਏ ਵੀ ਸਾਨੂੰ ਤਾਂ ਬਣਾ ਹੀ ਦਿਓ, ਸਾਡੀ ਤਾਂ ਸਰਕਾਰ ਹੈਗੀ, ਹੁਣੀ ਬਣਾ ਦਿਓ। ਇਹ ਇੱਕ ਮਤਲਬ ਅਹੁਦੇ ਦੀ ਚੌਧਰ ਦੀ ਲੜਾਈ ਹੈ, ਭੁੱਖ ਹੈ। ਇਹ ਮੈਨੂੰ ਨਹੀਂ ਲੱਗਦਾ ਕਿਸੇ ਕਮਿਊਨਿਟੀ ਨੂੰ ਉੱਪਰ ਚੱਕਣ ਦੀ ਗੱਲ ਹੋਵੇ। ਕਮਿਊਨਿਟੀ ਨੂੰ ਉੱਪਰ ਚੱਕਣ ਲਈ ਬਹੁਤ ਮੁੱਦੇ ਨੇ, ਉਹਨਾਂ ਮੁੱਦਿਆਂ 'ਤੇ ਤਾਂ ਗੱਲ ਨਹੀਂ ਹੁੰਦੀ। ਜੇ ਗੱਲ ਹੀ ਕਰਨੀ ਹੈ ਤਾਂ ਉਹਨਾਂ ਮੁੱਦਿਆਂ ਦੀ ਗੱਲ ਹੋਵੇ, ਉਹਨਾਂ ਲਤਾੜੇ ਲੋਕਾਂ ਦੀ ਗੱਲ ਹੋਵੇ, ਉਹਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ, ਬੇਘਰਿਆਂ ਨੂੰ ਘਰ ਦੇਣ ਦੀ ਗੱਲ ਹੋਵੇ, ਭੁੱਖੇ ਮਰਦਿਆਂ ਨੂੰ ਰੋਟੀ ਦੇਣ ਦੀ ਗੱਲ ਹੋਵੇ। ਇਸ ਲਈ ਉਧਰ ਨੂੰ ਤਾਂ ਕੋਈ ਤੁਰਦਾ ਨਹੀਂ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਨਾਲ ਜਿਹੜੀ ਪੰਜਾਬ ਦੀ 33-34% ਦਲਿਤ ਪਾਪੂਲੇਸ਼ਨ ਹੈ ਉਹਨਾਂ ਨੂੰ ਕੀ ਮਿਲੂ? ਸਾਡੀ ਕੌਮੀ ਜਿਹੜੀ ਪੱਧਰ ਤੇ ਜਿਹੜੀ ਦਲਿਤ ਪਾਪੂਲੇਸ਼ਨ ਹੈ ਉਹ 16 ਜਾਂ 17% ਹੈ। ਪੰਜਾਬ ਦੇ ਵਿੱਚ ਉਹਦੇ ਨਾਲ ਡਬਲ ਹੈ, 32-33% ਹੈ। ਇਸ ਲਈ ਜਿਹੜੀ 32-33% ਜਿਹੜੀ ਸਾਡੀ ਪਾਪੂਲੇਸ਼ਨ ਹੈ, ਦਲਿਤ ਪਾਪੂਲੇਸ਼ਨ ਹੈ, ਉਹਨੂੰ ਅਸੀਂ ਕੀ ਦਿੱਤਾ ਹੈ? ਜੇ ਅਫਸਰ ਵੀ ਬਣ ਜਾਂਦੇ ਨੇ ਉਹ ਸਿਰਫ ਤੇ ਸਿਰਫ ਆਪਦਾ ਕੁਨਬਾ ਪਾਲਦੇ ਨੇ। ਭਾਈਚਾਰੇ ਲਈ ਕੀ ਕਰਦੇ ਨੇ? ਕੌਣ ਭਾਈਚਾਰੇ ਲਈ ਕੀ ਕਰਦਾ? ਗੱਲ ਉਹਨਾਂ ਵਰਗ ਲਈ ਕਰਨ ਦੀ ਹੈਗੀ। ਦਵਿੰਦਰ ਜੀ, ਮੌਜੂਦਾ ਸਮੇਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲ ਰਹੀ ਹੈ, ਜਿਸ ਤੋਂ ਕਿ ਵੱਡੀ ਗਿਣਤੀ 'ਚ ਲੋਕ ਨਾਖੁਸ਼ ਦਿਖਾਈ ਦੇ ਰਹੇ ਨੇ, ਕਿਉਂਕਿ ਇਹਨਾਂ ਵੱਲੋਂ ਜਿੰਨੇ ਵਾਅਦੇ ਕੀਤੇ ਗਏ ਸੀ ਉਹਨਾਂ 'ਚੋਂ ਕਿੰਨੇ ਕੁ ਪੂਰੇ ਹੋਏ ਨੇ ਇਹ ਸਭ ਦੇ ਸਾਹਮਣੇ ਹੈ। ਵੀ ਕਿ ਦੂਜੇ ਪਾਸੇ ਚਾਹੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕਰ ਲਓ, ਚਾਹੇ ਹੋਰ ਵੀ ਕਾਂਗਰਸ ਪਾਰਟੀ 'ਚ ਅੰਦਰੂਨੀ ਕਾਟੋ ਕਲੇਸ਼ ਵੀ ਛਿੜਿਆ ਹੋਇਆ ਹੈ। ਅਤੇ ਇਹਦੇ ਨਾਲ ਹੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ, ਪਰ ਉਹਨਾਂ ਕੋਲ ਕੋਈ ਚਿਹਰਾ ਜਿਹੜਾ ਹੈਗਾ ਸਾਹਮਣੇ ਨਹੀਂ ਆ ਰਿਹਾ। ਇਸ ਲਈ ਲੋਕ ਉਸਦੀ ਵੀ ਉਡੀਕ ਕਰ ਰਹੇ ਨੇ ਕਿ ਕਿਹੜਾ ਚਿਹਰਾ ਜਿਹੜਾ ਹੈਗਾ ਸਾਹਮਣੇ ਆਏਗਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਜਿਹੜਾ ਗੱਠਜੋੜ ਬਣਿਆ ਇਹਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਏਗਾ? ਜਿਵੇਂ ਸ਼ੁਰੂ ਦੇ ਵਿੱਚ ਮੈਂ ਕਿਹਾ ਸੀ, ਇਸ ਵੇਲੇ ਬੜਾ ਉਲਝਣ ਤਾਣੀ ਬਣੀ ਹੋਈ ਹੈ ਪੰਜਾਬ ਦੀ।
ਆਮ ਆਦਮੀ ਪਾਰਟੀ ਨੂੰ ਕੋਈ ਇਹੋ ਜਿਹਾ ਫੇਸ ਨਹੀਂ ਮਿਲ ਰਿਹਾ, ਇਹੋ ਜਿਹਾ ਪੋਲੀਟੀਕਲ ਚਿਹਰਾ ਨਹੀਂ ਮਿਲ ਰਿਹਾ ਜਿਹਦੇ ਤੇ ਲੋਕ ਯਕੀਨ ਕਰਨ ਵੀ ਸਾਡੀਆਂ ਜ਼ਿੰਦਗੀਆਂ, ਸਾਡਾ ਭਵਿੱਖ ਇਸ ਬੰਦੇ ਦੇ ਹੱਥਾਂ ਸੁਰੱਖਿਅਤ ਹੈ, ਤਾਂ ਜੋ ਅਸੀਂ ਇਸ ਪਾਰਟੀ ਨੂੰ ਵੋਟ ਪਾ ਦਈਏ ਜੀ। ਉਹ ਉਮੀਦ ਕਰਦੇ ਨੇ ਵੀ ਨਵਜੋਤ ਸਿੱਧੂ, ਪ੍ਰਗਟ ਸਿੰਘ ਜਾਂ ਹੋਰ ABC ਕੋਈ ਲੀਡਰ ਸਾਡੇ ਕੋਲ ਆ ਜਾਊਗਾ। ਸੁਖਦੇਵ ਸਿੰਘ ਢੀਂਡਸਾ ਨੂੰ ਵੀ ਉਹਨਾਂ ਨੇ ਅਪਰੋਚ ਕੀਤਾ ਸੀ ਵੀ ਤੁਸੀਂ ਆ ਜਾਓ, ਇਸ ਲਈ ਹਜੇ ਉਹਨਾਂ ਦੀ ਗੱਲ ਨਹੀਂ ਬਣ ਰਹੀ ਜੀ। ਬਿਨਾਂ ਸ਼ੱਕ ਜਿਵੇਂ ਤੁਸੀਂ ਕਿਹਾ ਕਾਂਗਰਸ ਪਾਰਟੀ ਤੋਂ ਲੋਕ ਬੇਹੱਦ ਨਿਰਾਸ਼ ਨੇ, ਪਰ ਫਿਰ ਵੀ ਸਾਡੇ ਪ੍ਰੈਜ਼ੈਂਟ ਚੀਫ ਮਿਨਿਸਟਰ ਇਹ ਸੁਪਨੇ ਲੈ ਰਹੇ ਨੇ ਵੀ ਅਗਲਾ ਰਾਜਾ ਮੈਂ ਹੀ ਹੋਊਂਗਾ। ਜੀ। ਤਾਜ ਕਿਸ ਦੇ ਸਿਰ ਲੋਕ ਪਹਿਨਾਉਂਦੇ ਨੇ ਇਹ ਤਾਂ 2022 ਦੀਆਂ ਚੋਣਾਂ ਦੱਸੂਗਾ। ਇਸ ਲਈ ਰਾਜਨੀਤਿਕ ਪਾਰਟੀਆਂ ਨੂੰ ਕਿਸੇ ਭੁਲੇਖੇ 'ਚ, ਕਿਸੇ ਭਰਮ 'ਚ ਨਹੀਂ ਰਹਿਣਾ ਚਾਹੀਦਾ। 2022 ਦੀਆਂ ਚੋਣਾਂ ਬਹੁਤੀਆਂ ਦੂਰ ਨਹੀਂ, 8-9 ਮਹੀਨੇ ਦਾ ਹੀ ਟਾਈਮ ਰਹਿ ਗਿਆ। ਇਸ ਲਈ ਜਿੱਥੋਂ ਤੱਕ ਅਲਾਇੰਸ ਦੀ ਗੱਲ ਕਰਦੇ ਹੋ, ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਵੀ ਅਕਾਲੀ ਦਲ ਮੁੱਖ ਮੁਕਾਬਲੇ 'ਚ ਆ ਗਿਆ ਇਸ ਵੇਲੇ, ਜਿਹੜਾ ਕਿ ਇਸ ਤੋਂ ਪਹਿਲਾਂ ਮੁੱਖ ਮੁਕਾਬਲੇ 'ਚ ਨਹੀਂ ਲੱਗਦਾ ਸੀ। ਇਸ ਲਈ ਹੁਣ ਅਕਾਲੀ ਦਲ ਪੂਰੀ ਤਰ੍ਹਾਂ ਮੁਕਾਬਲੇ 'ਚ ਹੈ। ਉਹਨੂੰ ਇੱਕ ਸੈਕਸ਼ਨ ਜਿਹੜਾ ਸੋਸਾਇਟੀ ਦਾ, ਇੱਕ ਸ਼ਡਿਊਲ ਕਾਸਟ ਸੈਕਸ਼ਨ 'ਚੋਂ ਇੱਕ ਬਹੁਤ ਥੋੜ੍ਹਾ ਵੋਟ ਦਾ ਹਿੱਸਾ ਹੈ ਭਾਵੇਂ, ਉਹ ਇੱਕ ਮਿਲਣ ਦੀ ਉਮੀਦ ਵੱਜੀ ਹੈ, ਇਸ ਕਰਕੇ ਉਹ ਮੁਕਾਬਲੇ 'ਚ ਆ ਗਿਆ। ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਇਸ ਗੱਠਜੋੜ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਮੁੱਖ ਤੌਰ 'ਤੇ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਵੀ ਕਿ 2022 ਦੀਆਂ ਚੋਣਾਂ 'ਚ ਕਿਹਦੀ ਸਰਕਾਰ ਬਣਦੀ ਹੈ, ਕਿਹਦੇ ਪਾਲੇ 'ਚ ਜਿਹੜੀ ਹੈਗੀ ਹੈ ਜਿੱਤ ਦੀ ਗੇਂਦ ਜਾਂਦੀ ਦਿਖਾਈ ਦੇਵੇਗੀ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।